फ्री बिजली के नाम के उत्ते पंजाब सरकार पंजाब के लोगों को किवें बना रही है मूर्ख। ਪਹਿਲਾਂ ਤਾਂ ਮੈਂ ਇਹ ਲੋਕਾਂ ਨੂੰ ਗੱਲ ਕਲੀਅਰ ਕਰ ਦਵਾਂ ਕਿ ਫ੍ਰੀ ਫਰੂ ਕੁਝ ਨਹੀਂ ਹੁੰਦਾ। ਸਰਕਾਰ ਦਾ ਕੋਈ ਇਹੋ ਜਿਹਾ ਕੋਈ ਕਾਰਖਾਨਾ ਨਹੀਂ ਚੱਲਦਾ ਕਿ ਕਿਤੋਂ ਪੈਸੇ ਆ ਜਾਣੇ ਆ ਤੇ ਜਿਹੜੀ ਚੀਜ਼ ਲੋਕਾਂ ਨੂੰ ਫ੍ਰੀ ਦਿੱਤੀ ਜਾ ਰਹੀ ਹੈ ਤੇ ਸਰਕਾਰ ਨੇ ਉੱਥੋਂ ਪੈਸੇ ਕੱਢ ਕੇ ਜਿਹੜੇ ਆ ਦੇ ਦੇਣੇ ਆ। ਪਰ ਸਰਕਾਰ ਨੇ ਪੈਸੇ ਜਿਹੜੇ ਆ ਆਪਾਂ ਨੂੰ ਹੀ ਨਿਚੋੜ ਕੇ ਕੱਢਣੇ ਆ, ਆਪਣਾ ਹੀ ਖੂਨ ਨਿਚੋੜ ਕੇ ਜਿਹੜਾ ਉਹ ਪੈਸਾ ਕੱਢ ਕੇ ਜਿਹੜੀ ਤੁਹਾਨੂੰ ਫ੍ਰੀ ਚੀਜ਼ ਦਿੱਤੀ ਜਾ ਰਹੀ ਆ ਉਹਦੇ ਪੈਸੇ ਆਪਣੇ ਤੋਂ ਹੀ ਵਸੂਲਣੇ ਆ। ਹੁਣ ਮੈਂ ਇੱਥੇ ਗੱਲ ਕਲੀਅਰ ਕਰ ਦਵਾਂ ਕਿ ਫ੍ਰੀ ਬਿਜਲੀ ਜਿਹੜੀ ਆ ਨਹੀਂ ਦਿੱਤੀ ਜਾ ਰਹੀ। ਕਿਵੇਂ ਨਹੀਂ ਦਿੱਤੀ ਜਾ ਰਹੀ ਹੈ ਫ੍ਰੀ ਬਿਜਲੀ, ਇਹ ਮੈਂ ਤਰਤੀਬ ਵਾਈਜ਼ ਦੱਸੂਗਾ। ਲੋਕ ਖੁਸ਼ ਨਾ ਹੋਣ, ਹੁਣ ਆਪਾਂ ਕਲੀਅਰ ਕਰ ਚੁੱਕੇ ਹਾਂ, ਲੋਕ ਖੁਸ਼ ਨਾ ਹੋਣ ਕਿ ਤੁਹਾਨੂੰ ਫ੍ਰੀ ਬਿਜਲੀ ਨਹੀਂ ਦਿੱਤੀ ਜਾ ਰਹੀ। ਤੁਹਾਡੇ ਤੇ ਹੋਰ ਟੈਕਸ ਪਾ ਕੇ ਦੂਜੇ ਪਾਸਿਓਂ ਤੁਹਾਡੀ ਬਾਹ ਮਰੋੜ ਕੇ ਦੂਜੇ ਪਾਸਿਓਂ ਉਧਰੋਂ ਪੈਸਾ ਕੱਢ ਕੇ ਫਿਰ ਇੱਧਰ ਦਿੱਤਾ ਜਾ ਰਿਹਾ ਜਾਂ ਫਿਰ ਕਰਜ਼ਾ ਲਿੱਤਾ ਜਾ ਰਿਹਾ। ਹਾਂ, ਕਰਜ਼ਾ ਵੀ ਆਪਾਂ ਹੀ ਮੋੜਨਾ। ਇਨਕਮ ਟੈਕਸ ਬਣਦਾ ਜਿਹੜਾ ਨੂੰ ਕਹਿੰਦੇ ਆਪਾਂ, ਜਿਹੜੇ ਅਮੀਰ ਲੋਕ ਦਿੰਦੇ ਆ, ਉਹ 18,457 ਕਰੋੜ ਹੈ। ਔਰ ਜਿਹੜਾ ਇਨਡਾਇਰੈਕਟ ਟੈਕਸ ਹੈ ਜਿਹੜਾ ਕਿ ਗਰੀਬ ਵੀ ਦਿੰਦੇ ਆ ਉਹ 51,835 ਹੈ, ਯਾਨੀ ਕਿ ਅਮੀਰਾਂ ਨਾਲੋਂ ਗਰੀਬ ਜ਼ਿਆਦਾ ਟੈਕਸ ਜਿਹੜਾ ਉਹ ਨਾਲ ਦਿੰਦੇ ਆ। ਔਰ 33,378 ਕਰੋੜ ਰੁਪਈਆ ਵੱਧ ਦਿੰਦੇ ਆ। ਉਹਦੇ ਤੇ ਟੈਕਸ ਵਧਾਤਾ। ਟੈਕਸ ਵਧਾ ਕੇ ਤੁਹਾਨੂੰ ਕਹਿੰਦਾ ਕਿ ਜਦੋਂ ਇੱਧਰੋਂ ਬਿਜਲੀ ਫ੍ਰੀ ਦੇਤੀ ਉਧਰੋਂ ਤੁਹਾਡੇ ਤੇ ਟੈਕਸ ਵਧਾ ਕੇ ਤੁਹਾਡਾ ਖੂਨ ਨਿਚੋੜ ਲਿਆ। 2021-22 ਦੇ ਵਿੱਚ ਜਿਹੜਾ ਇਨਡਾਇਰੈਕਟ ਟੈਕਸ ਸੀਗਾ ਜਿਹੜਾ ਕਿ ਗਰੀਬ ਹੀ ਦਿੰਦੇ ਆ ਉਹ 37,326 ਸੀ, ਪਰ ਆਮ ਆਦਮੀ ਪਾਰਟੀ ਨੇ ਉਹ ਟੈਕਸ ਵਧਾ ਕੇ 51,835 ਕਰਤਾ, ਯਾਨੀ ਕਿ ਕਾਂਗਰਸ ਸਰਕਾਰ ਦੇ ਨਾਲੋਂ 14,509 ਕਰੋੜ ਰੁਪਈਆ ਵਧਾਤਾ ਇਨਡਾਇਰੈਕਟ ਟੈਕਸ ਦਾ, ਤੇ ਕਹਿੰਦਾ ਬਿਜਲੀ ਫ੍ਰੀ ਦਿੰਦੇ ਆ ਤੇ ਇਧਰੋਂ ਲੋਕਾਂ ਦਾ ਖੂਨ ਨਿਚੋੜਤਾ। ਵੈਟ ਦੀ ਗੱਲ ਕਰ ਲਈਏ, ਕਾਂਗਰਸ ਦੀ ਸਰਕਾਰ ਮੌਕੇ 21-22 ਦੇ ਵਿੱਚ 6869 ਕਰੋੜ ਸੀਗਾ ਜਿਹੜਾ ਟੈਕਸ, ਹਨਾ, ਤਾਂ ਇਹਨਾਂ ਨੇ ਵਧਾ ਕੇ 7600 ਕਰੋੜ ਕਰਤਾ। ਲਗਭਗ 750 ਕਰੋੜ ਇਹਨਾਂ ਨੇ ਇੱਥੇ ਵਧਾਤਾ, ਲੋਕਾਂ ਦੇ ਸਿਰ ਬੋਝ ਪਾਤਾ। ਅਸਟਾਮ ਰਜਿਸਟ੍ਰੇਸ਼ਨ ਜਿਹੜੀਆਂ ਆਪਾਂ ਅਸਟਾਮ ਲੈਨੇ ਆ, ਰਜਿਸਟਰੀਆਂ ਜਿਹੜੀਆਂ ਕਰਵਾਉਂਦੇ ਆ, ਉਹ ਜਿਹੜਾ ਕਾਂਗਰਸ ਸਰਕਾਰ ਮੌਕੇ 3308 ਕਰੋੜ ਰੁਪਈਆ ਜਿਹੜਾ ਸੀਗਾ ਤੇ ਇਹਨਾਂ ਨੇ ਵਧਾ ਕੇ 4750 ਕਰੋੜ ਰੁਪਈਆ ਕਰਤਾ, ਯਾਨੀ ਕਿ ਲਗਭਗ 1450 ਕਰੋੜ ਦਾ ਬੋਝ ਲੋਕਾਂ ਤੇ ਇੱਥੇ ਇਹਨਾਂ ਨੇ ਜਿਹੜਾ ਉਹ ਪਾ ਦਿੱਤਾ। ਜਿਹੜਾ ਗੱਡੀਆਂ ਕਾਰਾਂ ਖਰੀਦਦੇ ਆ ਉਹਨਾਂ ਤੇ ਜਿਹੜਾ ਟੈਕਸ 21-22 ਦੇ ਵਿੱਚ ਕਾਂਗਰਸ ਸਰਕਾਰ ਦੀ ਮੌਕੇ 2358 ਕਰੋੜ ਸੀਗਾ ਤੇ ਇਹਨਾਂ ਦੇ ਵਾਰੀ ਹੋ ਗਿਆ 3450 ਕਰੋੜ, ਯਾਨੀ ਕਿ ਲਗਭਗ 1100 ਕਰੋੜ ਰੁਪਏ ਇਹਨਾਂ ਨੇ ਇੱਥੇ ਜਿਹੜਾ ਵਧਾ ਦਿੱਤਾ। ਹੋਰ ਜਿਹੜਾ ਸਮਾਨ ਗਰੀਬ ਜਿਹੜਾ ਉਹ ਖਰੀਦਦੇ ਆ, ਛੋਟਾ ਮੋਟਾ ਸੌਦਾ ਪੱਤਾ ਤੇਲ ਹੋਰ ਜਿਹੜਾ ਬੜਾ ਕੁਝ ਹੈ ਨਾ ਖਰੀਦਦੇ ਆ ਗਰੀਬ, ਉਹਨਾਂ ਦੇ ਉੱਪਰ ਜਿਹੜਾ ਟੈਕਸ ਕਾਂਗਰਸ ਦੀ ਸਰਕਾਰ ਮੌਕੇ 21-22 ਦੇ ਸੈਸ਼ਨ ਦੌਰਾਨ ਸੀਗਾ 239 ਕਰੋੜ ਰੁਪਏ ਤੇ ਇਹਨਾਂ ਨੇ ਵਧਾ ਕੇ 500 ਕਰੋੜ ਕਰਤਾ, ਯਾਨੀ ਕਿ 261 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਨਜਾਇਜ਼ ਬੋਝ ਲੋਕਾਂ ਦੇ ਉੱਪਰ ਪਾ ਦਿੱਤਾ। ਲੋਕਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਅਸੀਂ ਜਿਹੜੇ ਆ ਇਹਨਾਂ ਨੂੰ ਬਦਲਾਅ ਵਾਸਤੇ ਚੁਣਿਆ ਸੀ। ਬਦਲਾਅ ਇਹ ਨਹੀਂ ਕਿ ਪੋਲੀਟੀਕਲ ਬਦਲਾਅ ਇਹ ਕਿ ਜਦੋਂ ਸਰਕਾਰ ਬਦਲੀ ਉਦੋਂ ਸਿਸਟਮ ਵੀ ਬਦਲੂਗਾ, ਉਦੋਂ ਲੋਕਾਂ ਦੀਆਂ ਮੰਗਾਂ ਵੀ ਬਦਲਣਗੀਆਂ। ਥੋੜਾ ਜਿਹਾ ਮੋਟਾ ਦੱਸਿਆ, ਹਾਲਾਂਕਿ ਮੈਂ ਜ਼ਿਆਦਾ ਬਰੀਕੀ ਦੇ ਤਾਂ ਨਹੀਂ ਗਾ ਕਿਉਂਕਿ ਲੋਕਾਂ ਨੂੰ ਬਹੁਤੀ ਗੱਲ ਜਿਹੜੀ ਆ ਸਮਝ ਨਹੀਂ ਲੱਗਦੀ। ਮੰਗਾਂ ਤਾਂ ਆਪਾਂ ਜੀ ਦੇਖੋ ਗਲੀਆਂ ਨਾਲੀਆਂ ਦੀਆਂ ਕਰਦੇ ਰਹਿੰਦੇ, ਇਹਨਾਂ ਦੇ ਕੋਲੋਂ ਮੰਗਾਂ ਤਾਂ ਆਪਾਂ ਫ੍ਰੀ ਕਰਦੇ ਰਹਿੰਦੇ ਵੀ ਆਹ ਵੀ ਫ੍ਰੀ ਦੇ ਦਿਓ ਉਹ ਵੀ ਫ੍ਰੀ ਦੇ ਦਿਓ, ਹੈ ਨਾ। ਗਲੀਆਂ ਨਾਲੀਆਂ ਦੇ ਵਾਸਤੇ ਆਪਾਂ ਧਰਨੇ ਲਾਉਣ ਲੱਗ ਜਾਂਦੇ ਵੀ ਸਾਡੀ ਗਲੀ 'ਚ ਪਾਣੀ ਖੜਾ ਹੋ ਗਿਆ ਜੀ, ਸਾਰੇ ਜਣੇ ਧਰਨਾ ਲਾਉਂਦੇ। ਕਦੇ ਸੋਚਿਆ ਕਦੇ ਵੀ ਭਾਈ ਸਾਡੇ ਜਿੱਥੇ ਬੱਚੇ ਪੜ੍ਹਦੇ ਆ ਉੱਥੇ ਟੀਚਰ ਘੱਟ ਨੇ, ਉੱਥੇ ਪ੍ਰਬੰਧ ਠੀਕ ਨਹੀਂ? ਕਦੇ ਦੇਖਿਆ ਕਦੇ ਕਿਸੇ ਮਾਂ ਪਿਓ ਨੇ ਧਰਨਾ ਲਾਇਆ ਹੋਵੇ ਕਿ ਭਾਈ ਜਿੱਥੇ ਸਾਡਾ ਬੱਚਾ ਪੜ੍ਹਦਾ ਉੱਥੇ ਪ੍ਰਬੰਧ ਠੀਕ ਨਹੀਂ ਗਾ ਤੇ ਇੱਥੇ ਧਰਨਾ ਲਾ ਦਈਏ ਆਪਾਂ? ਕਦੇ ਸਕੂਲ ਅੱਗੇ ਧਰਨਾ ਨਹੀਂ ਲਾਉਂਦੇ ਜਾਂ ਸਕੂਲ ਵਾਸਤੇ ਧਰਨਾ ਨਹੀਂ ਲਾਉਂਦੇ, ਗਲੀਆਂ ਨਾਲੀਆਂ ਵਾਸਤੇ ਜ਼ਰੂਰ ਆਪਣੇ ਲੋਕ ਜਿਹੜਾ ਧਰਨਾ ਲਾ ਦਿੰਦੇ ਆ ਜੀ। ਫ੍ਰੀ ਫਰੂ ਕੁਝ ਨਹੀਂ, ਮੈਂ ਫਿਰ ਗੱਲ ਕਹਿਣ ਲੱਗਿਆ। ਔਰ ਨਾ ਮੈਂ ਕਹੂੰਗਾ ਕਿ ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਜਿਹੜੀ ਪਾਰਟੀ ਜਿਹੜੇ ਉਮੀਦਵਾਰ ਜਿਹੜੇ ਲੀਡਰ ਤੁਹਾਨੂੰ ਆ ਕੇ ਇਹ ਗੱਲ ਕਹਿੰਦੇ ਆ ਕਿ ਫ੍ਰੀ ਦੇਵਾਂਗੇ, ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਓ। ਜਿੱਥੇ ਲੋੜ ਹੈ ਉੱਥੇ ਰਾਸ਼ਨ ਵੀ ਦਿਓ, ਉੱਥੇ ਫ੍ਰੀ ਬਿਜਲੀ ਵੀ ਦਿਓ, ਉੱਥੇ ਹੋਰ ਸਹੂਲਤਾਂ ਵੀ ਦਿਓ, ਪਰ ਜਿੱਥੇ ਲੋੜ ਹੈ, ਜਿੱਥੇ ਲੋੜ ਨਹੀਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਇਹ ਗੱਲਾਂ ਨਾ ਕੀਤੀਆਂ ਜਾਣ। ਇਸ ਝਾਂਸੇ ਦੇ ਵਿੱਚ ਲੋਕ ਨਾ ਆਉਣ। ਅੰਤ ਨੂੰ ਭਗਵੰਤ ਮਾਨ ਵੀ ਬਦਲ ਜਾਣਾ ਮੁੱਖ ਮੰਤਰੀ, ਬਾਕੀ ਮੰਤਰੀ ਵੀ ਬਦਲ ਜਾਣੇ, ਉਦੋਂ ਗਾਂਹ ਵਾਲੇ ਵੀ ਮੰਤਰੀ ਜਿਹੜੇ ਬਦਲ ਜਾਣੇ ਆ, ਤੇ ਜਿਨ੍ਹਾਂ ਨੇ ਪੈਸਾ ਦੇਣਾ ਤੁਸੀਂ ਮੈਂ ਬਾਕੀ ਸਾਰੇ ਲੋਕ ਆਪਾਂ ਇੱਥੇ ਹੀ ਰਹਿਣਾ। ਸਰਕਾਰਾਂ ਬਦਲਦੀਆਂ ਰਹਿਣੀਆਂ ਨੇ, ਆਪਾਂ ਇੱਥੇ ਹੀ ਰਹਿਣਾ ਤੇ ਟੈਕਸ ਵੀ ਆਪਾਂ ਮੋੜ ਦੇਣਾ ਤੇ ਕਰਜ਼ਾ ਵੀ ਆਪਾਂ ਮੋੜਨਾ। ਇਸ ਕਰਕੇ ਆਪਾਂ ਕਿਸੇ ਲਈ ਨਹੀਂ, ਸਰਕਾਰ ਲਈ ਨਹੀਂ, ਆਪਣੇ ਬੱਚਿਆਂ ਦੇ ਭਵਿੱਖ ਲਈ, ਆਪਣੇ ਭਵਿੱਖ ਲਈ ਆਪਾਂ ਬਦਲੀਏ। ਆਪਾਂ ਇਹਨਾਂ ਦੇ ਫ੍ਰੀ ਝਾਂਸਿਆਂ ਦੇ ਵਿੱਚ, ਚਾਹੇ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦੇ ਝਾਂਸਿਆਂ ਦੇ ਵਿੱਚ ਨਾ ਆਈ। फ्री बिजली के नाम के उत्ते पंजाब सरकार पंजाब के लोगों को किवें बना रही है मूर्ख।
ਕੁਝ ਤੱਥਾਂ ਦੇ ਕੁਝ ਅੰਕੜਿਆਂ ਦੇ ਆਧਾਰ ਦੇ ਉੱਪਰ ਵੱਡੇ ਖੁਲਾਸੇ ਕਰਨ ਜਾ ਰਹੇ ਹਾਂ। ਇਹ ਸਰਕਾਰੀ ਤੱਥ ਸਰਕਾਰੀ ਅੰਕੜੇ ਆਖਰ ਹੈ ਕੀ ਨੇ, ਇਹਦੇ ਉੱਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਾਹਿਬ। ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਬਿਜਲੀ ਫ੍ਰੀ ਦੇ ਰਹੀ ਹੈ, ਸਾਰੇ ਲੋਕ ਕਹਿ ਰਹੇ ਨੇ, ਇਹਦੇ ਵਿੱਚ ਅਸਲ ਸੱਚਾਈ ਹੈ ਕੀ? ਦੇਖੋ, ਪਹਿਲਾਂ ਤਾਂ ਮੈਂ ਇਹ ਲੋਕਾਂ ਨੂੰ ਗੱਲ ਕਲੀਅਰ ਕਰ ਦੇਵਾਂ ਕਿ ਫ੍ਰੀ ਫਰੂ ਕੁਝ ਨਹੀਂ ਹੁੰਦਾ। ਸਰਕਾਰ ਦਾ ਕੋਈ ਇਹੋ ਜਿਹਾ ਕੋਈ ਕਾਰਖਾਨਾ ਨਹੀਂ ਚੱਲਦਾ ਕਿ ਕਿਤੋਂ ਪੈਸੇ ਆ ਜਾਣੇ ਆ ਤੇ ਜਿਹੜੀ ਚੀਜ਼ ਲੋਕਾਂ ਨੂੰ ਫ੍ਰੀ ਦਿੱਤੀ ਜਾ ਰਹੀ ਹੈ ਤੇ ਸਰਕਾਰ ਨੇ ਉੱਥੋਂ ਪੈਸੇ ਕੱਢ ਕੇ ਜਿਹੜੇ ਆ ਦੇ ਦੇਣੇ ਆ। ਪਰ ਸਰਕਾਰ ਨੇ ਪੈਸੇ ਜਿਹੜੇ ਆ ਆਪਾਂ ਨੂੰ ਹੀ ਨਿਚੋੜ ਕੇ ਕੱਢਣੇ ਆ, ਆਪਣਾ ਹੀ ਖੂਨ ਨਿਚੋੜ ਕੇ ਜਿਹੜਾ ਉਹ ਪੈਸਾ ਕੱਢ ਕੇ ਜਿਹੜੀ ਤੁਹਾਨੂੰ ਫ੍ਰੀ ਚੀਜ਼ ਦਿੱਤੀ ਜਾ ਰਹੀ ਆ ਉਹਦੇ ਪੈਸੇ ਆਪਣੇ ਤੋਂ ਹੀ ਵਸੂਲਣੇ ਆ। ਹੁਣ ਮੈਂ ਇੱਥੇ ਗੱਲ ਕਲੀਅਰ ਕਰ ਦੇਵਾਂ ਕਿ ਫ੍ਰੀ ਬਿਜਲੀ ਜਿਹੜੀ ਆ ਨਹੀਂ ਦਿੱਤੀ ਜਾ ਰਹੀ। ਕਿਵੇਂ ਨਹੀਂ ਦਿੱਤੀ ਜਾ ਰਹੀ ਹੈ ਫ੍ਰੀ ਬਿਜਲੀ, ਇਹ ਮੈਂ ਤਰਤੀਬ ਵਾਈਜ਼ ਦੱਸੂਗਾ ਕਿਉਂਕਿ ਲੋਕਾਂ ਨੂੰ ਸਮਝ ਵੀ ਆਉਣੀ ਚਾਹੀਦੀ ਹੈ ਗੱਲ, ਹੈ ਨਾ। ਔਰ ਮੈਂ ਇਹ ਵੀ ਗੱਲ ਕਲੀਅਰ ਕਰ ਦੇਵਾਂ ਕਿ ਇਹ ਜਿਹੜੇ ਮੇਰੇ ਹੱਥ ਦੇ ਵਿੱਚ ਡਾਕੂਮੈਂਟ ਨੇ, ਜਿਹੜੇ ਲੋਕ ਦੇਖ ਰਹੇ ਆਪਾਂ ਨੂੰ, ਉਹਨਾਂ ਨੂੰ ਮੈਂ ਇਹ ਦੱਸ ਦੇਵਾਂ ਕਿ ਇਹ ਮੇਰੇ ਕੋਲੋਂ ਕੋਈ ਆਪਣਾ ਕੋਈ ਡਾਕੂਮੈਂਟ ਨਹੀਂ ਹੈ। ਇਹ ਡਾਕੂਮੈਂਟ, ਇਹ ਅੰਕੜੇ ਪੰਜਾਬ ਸਰਕਾਰ ਦੇ ਆਪਣੇ ਬਜਟ ਦੇ ਵਿੱਚ ਨੇ, ਸਰਕਾਰੀ ਇਹ ਕਾਗਜ਼ ਹੈਗੇ ਆ ਔਰ ਸਰਕਾਰ ਦੇ ਹੀ ਬਜਟ ਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਲਈਆਂ ਗਈਆਂ ਨੇ, ਇਹ ਅੰਕੜੇ ਲਏ ਗਏ ਨੇ, ਇਹ ਕਾਗਜ਼ ਉਹੀ ਨੇ, ਹੈ ਨਾ। ਤਾਂ ਮੈਂ ਕਲੀਅਰ ਕਰ ਦਿੰਦਾ। ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਿੰਦਾ ਲਖਵਿੰਦਰ ਜੀ ਵੀ ਟੈਕਸ ਜਿਹੜਾ ਨਾ ਦੋ ਤਰੀਕੇ ਦਾ ਹੁੰਦਾ, ਕਿਉਂਕਿ ਮੈਂ ਦੱਸ ਰਿਹਾ ਕਿ ਫ੍ਰੀ ਬਿਜਲੀ ਕਿਵੇਂ ਨਹੀਂ ਦਿੱਤੀ ਜਾ ਰਹੀ, ਕਿਵੇਂ ਲੋਕਾਂ ਦਾ ਹੀ ਖੂਨ ਜਿਹੜਾ ਨਿਚੋੜਿਆ ਜਾ ਰਿਹਾ। ਗੱਲ ਮੈਂ ਟੈਕਸ ਤੋਂ ਕਰੂੰਗਾ। ਟੈਕਸ ਜਿਹੜਾ ਦੋ ਪ੍ਰਕਾਰ ਦਾ ਹੁੰਦਾ, ਇੱਕ ਡਾਇਰੈਕਟ ਟੈਕਸ, ਇੱਕ ਅਨਡਾਇਰੈਕਟ ਟੈਕਸ। ਜਿਹੜਾ ਤਾਂ ਡਾਇਰੈਕਟ ਟੈਕਸ ਹੈ ਉਹ ਕਿਹਾ ਜਾਂਦਾ ਕਿ ਅਮੀਰ ਲੋਕ ਦਿੰਦੇ ਆ, ਬਿਜ਼ਨਸਮੈਨ ਦਿੰਦੇ ਆ, ਨੌਕਰੀ ਪੇਸ਼ੇ ਵਾਲੇ ਲੋਕ ਦਿੰਦੇ ਆ। ਜਿਹੜੇ ਇਨਡਾਇਰੈਕਟ ਟੈਕਸ ਹੈ ਉਹ ਕਿਹਾ ਜਾਂਦਾ ਹੈ ਕਿ ਗਰੀਬ ਦਿੰਦੇ ਆ। ਹਾਲਾਂਕਿ ਦਿੰਦੇ ਤਾਂ ਉਹ ਅਮੀਰ ਵੀ ਹੈ ਕਿਉਂਕਿ ਚੀਜ਼ਾਂ ਤਾਂ ਉਹ ਵੀ ਖਰੀਦਦੇ ਨੇ ਤੇ ਉਹ ਗਰੀਬ ਵੀ ਉਹਦੇ ਵਿੱਚ ਬਹੁਤ ਸਾਰੇ ਟੈਕਸ ਜਿਹੜੇ ਉਹ ਦਿੰਦੇ ਆ। ਕਿਉਂਕਿ ਬਹੁਤੇ ਲੋਕਾਂ ਨੂੰ ਵਹਿਮ ਹੁੰਦਾ ਕਿ ਭਾਈ ਇਨਕਮ ਟੈਕਸ ਅਸੀਂ ਭਰਦੇ ਹਾਂ ਤੇ ਜਿਹੜੀਆਂ ਫ੍ਰੀ ਸਹੂਲਤਾਂ ਨੇ ਉਹ ਗਰੀਬਾਂ ਨੂੰ ਦਿੱਤੀਆਂ ਜਾ ਰਹੀਆਂ। ਪਰ ਗਰੀਬ ਵੀ ਜਿਹੜੇ ਡੱਬੀ ਤੋਂ ਲੈ ਕੇ, ਹਰ ਚੀਜ਼ ਤੋਂ ਲੈ ਕੇ, ਤੀਲਾਂ ਵਾਲੀ ਡੱਬੀ ਤੋਂ ਲੈ ਕੇ, ਮਤਲਬ ਸਾਰੀਆਂ ਚੀਜ਼ਾਂ ਤੇ ਟੈਕਸ ਤਾਂ ਭਰਦੇ ਹੀ ਭਰਦੇ ਆ ਸਾਰੇ ਦੇ ਸਾਰੇ, ਹੈ ਨਾ। ਉਹੀ ਮੈਂ ਗੱਲ ਕਹਿਣ ਲੱਗਿਆ ਕਿ ਉਧਰੋਂ ਤੁਹਾਨੂੰ ਫ੍ਰੀ ਬਿਜਲੀ ਕਰਤੀ, ਇੱਧਰੋਂ ਜਿਹੜਾ ਇਨਡਾਇਰੈਕਟ ਟੈਕਸ ਹੈ, ਜਿਹੜੇ ਕਿ ਗਰੀਬ ਲੋਕ ਸੌਦਾ ਖਰੀਦਦੇ ਆ ਜਾਂ ਕੁਝ ਵੀ ਖਰੀਦਦੇ ਆ, ਉਹਦੇ ਤੇ ਟੈਕਸ ਵਧਾਤਾ। ਟੈਕਸ ਵਧਾ ਕੇ ਤੁਹਾਨੂੰ ਕਹਿੰਦਾ ਕਿ ਜਦੋਂ ਇੱਧਰੋਂ ਬਿਜਲੀ ਫ੍ਰੀ ਦੇਤੀ, ਉਧਰੋਂ ਤੁਹਾਡੇ ਤੇ ਟੈਕਸ ਵਧਾ ਕੇ ਤੁਹਾਡਾ ਖੂਨ ਨਿਚੋੜ ਲਿਆ। ਫ੍ਰੀ ਕਾਹਦੀ ਹੋ ਗਈ, ਉਹੀ ਮੈਂ ਤੁਹਾਨੂੰ ਦੱਸਣ ਜਾ ਰਿਹਾ। ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਪਿਛਲੀ ਸਰਕਾਰ ਦੇ ਮੌਕੇ ਸੀਗਾ, ਕਾਂਗਰਸ ਸਰਕਾਰ ਦੇ ਮੌਕੇ 2021-22 ਦੇ ਵਿੱਚ ਜਿਹੜਾ ਡਾਇਰੈਕਟ ਤੇ ਇਨਡਾਇਰੈਕਟ ਟੈਕਸ ਸੀਗਾ, ਉਹ ਮੈਂ ਤੁਹਾਨੂੰ ਦੱਸਣਾ। ਪਹਿਲਾਂ ਡਾਇਰੈਕਟ ਟੈਕਸ ਸੀਗਾ 21-22 ਦੇ ਵਿੱਚ 15,288 ਔਰ ਇਸ ਵਾਰ ਹੈਗਾ 2023-24 ਦੇ ਵਿੱਚ 18,457, ਯਾਨੀ ਕਿ ਵਧਿਆ। ਇਹ ਤਾਂ ਇਨਕਮ ਟੈਕਸ ਹੈ, ਇਹ ਤਾਂ ਚਲੋ ਵੱਧ ਜਾਵੇ ਕੋਈ ਦਿੱਕਤ ਨਹੀਂ। ਪਰ ਜਿਹੜਾ ਇਨਡਾਇਰੈਕਟ ਟੈਕਸ ਜਿਹੜਾ ਜ਼ਿਆਦਾ ਧਿਆਨ ਮੰਗਦਾ, ਜਿਹੜਾ ਪੰਜਾਬ ਦਾ ਹਰ ਬਸ਼ਿੰਦਾ ਦਿੰਦਾ, ਗਰੀਬ ਤੋਂ ਲੈ ਕੇ ਅਮੀਰ ਤੱਕ, ਉਹਦੀ ਮੈਂ ਗੱਲ ਕਰ ਲਵਾਂ। 2021-22 ਦੇ ਵਿੱਚ ਜਿਹੜਾ ਇਨਡਾਇਰੈਕਟ ਟੈਕਸ ਸੀਗਾ, ਜਿਹੜਾ ਕਿ ਗਰੀਬ ਹੀ ਦਿੰਦੇ ਆ, ਉਹ 37,326 ਸੀ। ਪਰ ਆਮ ਆਦਮੀ ਪਾਰਟੀ ਨੇ ਉਹ ਟੈਕਸ ਵਧਾ ਕੇ 51,835 ਕਰਤਾ, ਯਾਨੀ ਕਿ ਕਾਂਗਰਸ ਸਰਕਾਰ ਦੇ ਨਾਲੋਂ 14,509 ਕਰੋੜ ਰੁਪਈਆ ਵਧਾਤਾ ਇਨਡਾਇਰੈਕਟ ਟੈਕਸ ਦਾ, ਤੇ ਕਹਿਤਾ ਬਿਜਲੀ ਫ੍ਰੀ ਦਿੰਦੇ ਆ ਤੇ ਇਧਰੋਂ ਲੋਕਾਂ ਦਾ ਖੂਨ ਨਿਚੋੜਤਾ। ਠੀਕ ਹੈ। ਦੂਜੇ ਪਾਸੇ ਮੈਂ ਤੁਹਾਨੂੰ ਹੁਣ ਕੱਲੀ ਗੱਲ ਦੱਸ ਦੇਵਾਂ। ਕੱਲੀ ਗੱਲ ਇਹ ਹੈ ਲਖਵਿੰਦਰ ਜੀ, ਜਿਹੜਾ GST ਹੈ, GST ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਆਏ ਹੋਊਗਾ GST ਤਾਂ ਜੀ ਕੇਂਦਰ ਦਾ ਟੈਕਸ ਹੈ, ਪਰ ਦੱਸ ਦਈਏ ਕਿ ਇਹ ਕੁਝ ਹਿੱਸਾ ਜਿਹੜਾ ਇਹਦਾ ਹੁੰਦਾ ਉਹ ਕੇਂਦਰ ਦੀਆਂ ਏਜੰਸੀਆਂ ਇਕੱਠਾ ਕਰਦੀਆਂ ਨੇ, ਕੁਝ ਹਿੱਸਾ ਜਿਹੜਾ ਉਹ ਪੰਜਾਬ ਦੀਆਂ ਏਜੰਸੀਆਂ ਇਕੱਠਾ ਕਰਦੀਆਂ ਨੇ, ਔਰ ਪੰਜਾਬ ਦੇ ਖੇਤਰ ਦੇ ਵਿੱਚ ਵੀ ਹੈਗਾ ਵਾ ਕਿ ਭਾਈ ਉਹ ਵਧਾ ਘਟਾ ਜਿਹੜਾ ਕਿਸੇ ਵੀ ਤਰੀਕੇ ਨਾਲ ਕਰ ਸਕਦੇ, ਹੈ ਨਾ। ਤਾਂ ਜਿਹੜਾ GST ਸੀਗਾ 2021-22 ਦੇ ਵਿੱਚ ਪੰਜਾਬ ਦਾ, ਉਹ 15,541 ਸੀ। ਔਰ ਇਸ ਵਾਰ 2023-24 ਦੇ ਜਿਹੜਾ ਬਜਟ ਦੇ ਅਨੁਮਾਨ ਦੇ ਅਨੁਸਾਰ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਅਨੁਮਾਨ, ਇਹ ਕਹਿੰਦੇ ਜੀ ਅਸੀਂ ਇਕੱਠਾ ਕਰਨਾ 23,000, ਜਾਨੀ ਕਿ ਲਗਭਗ 7500 ਕਰੋੜ ਰੁਪਈਆ ਇਹਨਾਂ ਨੇ GST ਦਾ ਲੋਕਾਂ ਤੇ ਹੋਰ ਬੋਝ ਪਾਤਾ ਹੈ ਜੀ। ਫਿਰ ਹੋਰ ਦੇਖ ਲਓ, ਵੈਟ ਦੀ ਗੱਲ ਕਰ ਲਈਏ। ਕਾਂਗਰਸ ਦੀ ਸਰਕਾਰ ਮੌਕੇ 21-22 ਦੇ ਵਿੱਚ 6869 ਕਰੋੜ ਸੀਗਾ ਜਿਹੜਾ ਟੈਕਸ, ਹੈ ਨਾ। ਤਾਂ ਇਹਨਾਂ ਨੇ ਵਧਾ ਕੇ 7600 ਕਰੋੜ ਕਰਤਾ, ਲਗਭਗ 750 ਕਰੋੜ ਇਹਨਾਂ ਨੇ ਇੱਥੇ ਵਧਾਤਾ, ਲੋਕਾਂ ਦੇ ਸਿਰ ਬੋਝ ਪਾਤਾ ਹੈ ਜੀ। ਫਿਰ ਸ਼ਰਾਬ ਦਾ ਲਾ ਲਈਏ ਤੁਸੀਂ ਟੈਕਸ, ਹੈ ਨਾ, 6157 ਸੀਗਾ 21-22 ਦੇ ਵਿੱਚ ਕਾਂਗਰਸ ਸਰਕਾਰ ਦੇ ਮੌਕੇ, ਇਹਨਾਂ ਨੇ ਵਧਾ ਕੇ 3628 ਕਰੋੜ ਰੁਪਈਆ ਜਿਹੜਾ ਉਹ ਕਰ ਦਿੱਤਾ। ਫਿਰ ਤੁਸੀਂ ਜਿਹੜਾ ਅਸਟਾਮ ਰਜਿਸਟ੍ਰੇਸ਼ਨ, ਜਿਹੜੀਆਂ ਆਪਾਂ ਅਸਟਾਮ ਲੈਂਦੇ ਆ, ਰਜਿਸਟਰੀਆਂ ਜਿਹੜੀਆਂ ਕਰਵਾਉਂਦੇ ਆ, ਉਹ ਜਿਹੜਾ ਕਾਂਗਰਸ ਸਰਕਾਰ ਮੌਕੇ 3308 ਕਰੋੜ ਰੁਪਈਆ ਜਿਹੜਾ ਸੀਗਾ
ਸੀਗਾ ਤੇ ਇਹਨਾਂ ਨੇ ਵਧਾ ਕੇ 4750 ਕਰੋੜ ਰੁਪਇਆ ਕਰਤਾ, ਯਾਨੀ ਕਿ ਲਗਭਗ 1450 ਕਰੋੜ ਦਾ ਬੋਝ ਲੋਕਾਂ ਤੇ ਇੱਥੇ ਇਹਨਾਂ ਨੇ ਜਿਹੜਾ ਉਹ ਪਾ ਦਿੱਤਾ ਹੈ ਨਾ। ਤਾਂ ਦੂਜੇ ਪਾਸੇ ਜੇ ਗੱਲ ਕਰਾਂ ਵਾਹਨਾਂ ਤੇ ਕਰ, ਯਾਨੀ ਕਿ ਜਿਹੜੇ ਆਪਣੇ ਆਪਾਂ ਖਰੀਦਦੇ ਆ ਗੱਡੀਆਂ ਕਾਰਾਂ ਜਿਹੜੀਆਂ ਖਰੀਦਦੇ ਆ, ਜਿਹੜਾ ਗੱਡੀਆਂ ਕਾਰਾਂ ਖਰੀਦਦੇ ਆ ਉਹਨਾਂ ਤੇ ਜਿਹੜਾ ਟੈਕਸ 21-22 ਦੇ ਵਿੱਚ ਕਾਂਗਰਸ ਸਰਕਾਰ ਦੀ ਮੌਕੇ 2358 ਕਰੋੜ ਸੀਗਾ ਤੇ ਇਹਨਾਂ ਦੇ ਵਾਰੀ ਹੋ ਗਿਆ 3450 ਕਰੋੜ, ਯਾਨੀ ਕਿ ਲਗਭਗ 1100 ਕਰੋੜ ਰੁਪਏ ਇਹਨਾਂ ਨੇ ਇੱਥੇ ਜਿਹੜਾ ਵਧਾ ਦਿੱਤਾ ਹੈ ਨਾ। ਤਾਂ ਹੋਰ ਜਿਹੜੇ ਟੈਕਸ ਹੈਗੇ ਆ, ਯਾਨੀ ਕਿ ਵਾਧੂ ਹੋਰ ਜਿਹੜਾ ਸਮਾਨ ਗਰੀਬ ਜਿਹੜਾ ਉਹ ਖਰੀਦਦੇ ਆ, ਛੋਟਾ ਮੋਟਾ ਸੌਦਾ ਪੱਤਾ ਤੇਲ ਹੋਰ ਜਿਹੜਾ ਬੜਾ ਕੁਝ ਹੈ ਨਾ ਖਰੀਦਦੇ ਆ ਗਰੀਬ, ਉਹਨਾਂ ਦੇ ਉੱਪਰ ਜਿਹੜਾ ਟੈਕਸ ਕਾਂਗਰਸ ਦੀ ਸਰਕਾਰ ਮੌਕੇ 21-22 ਦੇ ਸੈਸ਼ਨ ਦੌਰਾਨ ਸੀਗਾ 239 ਕਰੋੜ ਰੁਪਇਆ ਤੇ ਇਹਨਾਂ ਨੇ ਵਧਾ ਕੇ 500 ਕਰੋੜ ਕਰਤਾ, ਯਾਨੀ ਕਿ 261 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਨਜਾਇਜ਼ ਬੋਝ ਲੋਕਾਂ ਦੇ ਉੱਪਰ ਪਾ ਦਿੱਤਾ। ਹੁਣ ਤੁਸੀਂ ਇਹ ਦੇਖ ਲਓ ਕਿ 14,509 ਕਰੋੜ ਦਾ ਜਿਹੜਾ ਵੱਧ ਟੈਕਸ ਵੱਧ ਬੋਝ ਜਿਹੜਾ ਲੋਕਾਂ ਤੇ ਇਹਨਾਂ ਨੇ ਪਾਇਆ ਤੇ ਉਹ ਇਸੇ ਵਿੱਚ ਹੀ ਜਾਣਾ, ਬਿਜਲੀ ਵਾਲੇ ਪਾਸੇ ਹੀ ਜਾਣਾ ਹੈ ਨਾ। ਤਾਂ ਲੋਕਾਂ ਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਭਾਈ ਅਸੀਂ ਜਿਹੜੇ ਆ ਇਹਨਾਂ ਨੂੰ ਬਦਲਾਅ ਵਾਸਤੇ ਚੁਣਿਆ ਸੀ। ਬਦਲਾਅ ਇਹ ਨਹੀਂ ਕਿ ਪੋਲੀਟੀਕਲ ਬਦਲਾਅ ਇਹ ਕਿ ਜਦੋਂ ਸਰਕਾਰ ਬਦਲੀ ਉਦੋਂ ਸਿਸਟਮ ਵੀ ਬਦਲੂਗਾ, ਉਦੋਂ ਲੋਕਾਂ ਦੀਆਂ ਮੰਗਾਂ ਵੀ ਬਦਲਣਗੀਆਂ। ਹੁਣ ਮੰਗਾਂ ਤਾਂ ਆਪਾਂ ਜੀ ਦੇਖੋ ਗਲੀਆਂ ਨਾਲੀਆਂ ਦੀਆਂ ਕਰਦੇ ਰਹਿੰਦੇ, ਇਹਨਾਂ ਦੇ ਕੋਲੋਂ ਮੰਗਾਂ ਤਾਂ ਆਪਾਂ ਫ੍ਰੀ ਕਰਦੇ ਰਹਿੰਦੇ ਵੀ ਆਹ ਵੀ ਫ੍ਰੀ ਦੇ ਦਿਓ ਉਹ ਵੀ ਫ੍ਰੀ ਦੇ ਦਿਓ ਹੈ ਨਾ। ਗਲੀਆਂ ਨਾਲੀਆਂ ਦੇ ਵਾਸਤੇ ਆਪਾਂ ਧਰਨੇ ਲਾਉਣ ਲੱਗ ਜਾਂਦੇ ਵੀ ਸਾਡੀ ਗਲੀ 'ਚ ਪਾਣੀ ਖੜਾ ਹੋ ਗਿਆ ਜੀ, ਸਾਰੇ ਜਣੇ ਧਰਨਾ ਲਾਓ। ਤੇ ਕਦੇ ਸੋਚਿਆ ਕਦੇ ਵੀ ਭਾਈ ਸਾਡੇ ਜਿੱਥੇ ਬੱਚੇ ਪੜ੍ਹਦੇ ਆ ਉੱਥੇ ਟੀਚਰ ਘੱਟ ਨੇ, ਉੱਥੇ ਪ੍ਰਬੰਧ ਠੀਕ ਨਹੀਂ? ਕਦੇ ਦੇਖਿਆ ਕਦੇ ਕਿਸੇ ਮਾਂ ਪਿਓ ਨੇ ਧਰਨਾ ਲਾਇਆ ਹੋਵੇ ਕਿ ਭਾਈ ਜਿੱਥੇ ਸਾਡਾ ਬੱਚਾ ਪੜ੍ਹਦਾ ਉੱਥੇ ਪ੍ਰਬੰਧ ਠੀਕ ਨਹੀਂਗਾ ਤੇ ਇੱਥੇ ਧਰਨਾ ਲਾ ਦਈਏ ਆਪਾਂ? ਕਦੇ ਸਕੂਲ ਅੱਗੇ ਧਰਨਾ ਨਹੀਂ ਲਾਉਂਦੇ ਜਾਂ ਸਕੂਲ ਵਾਸਤੇ ਧਰਨਾ ਨਹੀਂ ਲਾਉਂਦੇ, ਗਲੀਆਂ ਨਾਲੀਆਂ ਵਾਸਤੇ ਜ਼ਰੂਰ ਆਪਣੇ ਲੋਕ ਜਿਹੜਾ ਧਰਨਾ ਲਾ ਦਿੰਦੇ ਆ। ਹੁਣ ਤੁਸੀਂ ਇਹ ਮੈਂ ਦੱਸ ਚੁੱਕਿਆ, ਥੋੜ੍ਹਾ ਜਿਹਾ ਮੋਟਾ ਦੱਸਿਆ, ਹਾਲਾਂਕਿ ਮੈਂ ਜ਼ਿਆਦਾ ਬਰੀਕੀ ਦੇ ਤਾਂ ਨਹੀਂ ਗਾ ਕਿਉਂਕਿ ਲੋਕਾਂ ਨੂੰ ਬਹੁਤੀ ਗੱਲ ਜਿਹੜੀ ਆ ਸਮਝ ਨਹੀਂ ਲੱਗਦੀ ਹੈ ਨਾ ਕਈ ਵਾਰੀ। ਤਾਂ ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਡਾਇਰੈਕਟ ਟੈਕਸ ਜਿਹੜਾ ਇਨਕਮ ਟੈਕਸ ਆ ਪੰਜਾਬ ਦਾ ਜਿਹੜਾ ਇਹਨਾਂ ਨੇ ਇਕੱਠਾ ਕਰਨਾ ਵਾ, ਜਿਹੜਾ ਇਨਕਮ ਟੈਕਸ ਬਣਦਾ ਜਿਹੜਾ ਨੂੰ ਕਹਿੰਦੇ ਆਪਾਂ ਜਿਹੜੇ ਅਮੀਰ ਲੋਕ ਦਿੰਦੇ ਆ, ਉਹ 18,457 ਕਰੋੜ ਹੈ। ਔਰ ਜਿਹੜਾ ਇਨਡਾਇਰੈਕਟ ਟੈਕਸ ਹੈ ਜਿਹੜਾ ਕਿ ਗਰੀਬ ਵੀ ਦਿੰਦੇ ਆ ਉਹ 51,835 ਹੈ, ਯਾਨੀ ਕਿ ਅਮੀਰਾਂ ਨਾਲੋਂ ਗਰੀਬ ਜ਼ਿਆਦਾ ਟੈਕਸ ਜਿਹੜਾ ਉਹ ਨਾਲ ਦਿੰਦੇ ਆ। ਔਰ 33,378 ਕਰੋੜ ਰੁਪਈਆ ਵੱਧ ਦਿੰਦੇ ਆ ਟੈਕਸ ਅਮੀਰਾਂ ਦੇ ਇਨਕਮ ਟੈਕਸ ਦੇ ਨਾਲੋਂ। ਇਨਡਾਇਰੈਕਟ ਟੈਕਸ ਜਿਹੜਾ ਇਕੱਠਾ ਵੱਧ ਹੁੰਦਾ ਹੈ ਨਾ, 33,378 ਕਰੋੜ ਰੁਪਈਆ ਵੱਧ ਹੁੰਦਾ, ਯਾਨੀ ਕਿ ਦੂਜਾ ਡਾਇਰੈਕਟ 18,457 ਤੇ ਇਨਡਾਇਰੈਕਟ ਜਿਹੜਾ ਹੈਗਾ 51,835 ਹੈ। ਹਾਲਾਂਕਿ ਇਹ ਅੰਕੜੇ ਵੱਧ ਵੀ ਹੋ ਸਕਦੇ ਆ, ਪਰ ਇਹ ਸਰਕਾਰ ਦੇ ਅੰਕੜੇ ਦੇ ਮੁਤਾਬਕ ਹੀ ਆਪਾਂ ਜਿਹੜੀ ਇਹ ਗੱਲ ਇਹ ਕਰਨੀ ਹੈਗੀ ਹੈ। ਪਰ ਸਿੱਧੂ ਸਾਹਿਬ ਜਦੋਂ ਬਜਟ ਪੇਸ਼ ਕੀਤਾ ਗਿਆ ਸੀ ਤਾਂ ਵਿੱਤ ਮੰਤਰੀ ਸਾਹਿਬ ਬੋਲੇ ਸੀ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਕੋਈ ਵੀ ਨਵਾਂ ਟੈਕਸ ਦਾ ਬੋਝ ਨਹੀਂ ਪਾਇਆ ਜਾ ਰਿਹਾ। ਫਿਰ ਇਹ ਕਿਹੜੇ ਟੈਕਸ ਨੇ ਜਿਹੜੇ ਤੁਸੀਂ ਵਧਾਉਣ ਦੀ ਗੱਲ ਕਰ ਰਹੇ ਹੋ? ਕਿਉਂਕਿ ਸਰਕਾਰ ਨੇ ਕਹੀ ਅਸੀਂ ਕੋਈ ਟੈਕਸ ਨਹੀਂ ਲਾ ਰਹੇ ਤੇ ਲਗਾਇਆ ਵੀ ਨਹੀਂ ਗਿਆ। ਰਵਿੰਦਰ ਜੀ ਦੇਖੋ ਇਹ ਚੀਜ਼ਾਂ ਲੋਕਾਂ ਨੇ ਕਰਨੀਆਂ ਥੋੜੀਆਂ, ਇਹ ਲੋਕਾਂ ਨੇ ਪਤਾ ਥੋੜੀ ਕਰਨੀਆਂ। ਹਾਲੇ ਤੱਕ ਤੁਸੀਂ ਮੈਂ ਵੀ ਨਹੀਂ ਪਤਾ ਜਿਹੜੀਆਂ ਉਹ ਕੀਤੀਆਂ ਸੀ। ਪੈਟਰੋਲ ਡੀਜ਼ਲ ਦਾ ਲੋਕਾਂ ਨੂੰ ਜ਼ਰੂਰ ਪਤਾ, ਹਾਂ ਉਹ ਪਤਾ ਹੈ। ਦੇਖੋ ਕਈ ਚੀਜ਼ਾਂ ਨੇ ਟੈਕਸ ਤੋਂ ਇਹਨਾਂ ਨੇ ਬਾਹਰ ਵੀ ਰੱਖੀਆਂ ਹੋਈਆਂ, GST ਤੋਂ ਜਿਹੜੀਆਂ ਬਹੁਤੀਆਂ ਚੀਜ਼ਾਂ ਬਾਹਰ ਨੇ, ਪਰ ਉਹ ਫਿਰ ਵੀ ਵਧਾਈਆਂ ਹੋਈਆਂ ਨਾ, ਇਹਨਾਂ ਨੇ ਵੀ ਵਧਾਏ ਹੋਏ ਆ। ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੇ ਇਦਾਂ ਕਹਿਤਾ, ਹੁਣ ਦੇਖੋ ਸਰਕਾਰ ਜਿਹੜਾ ਕੁਝ ਕਹਿੰਦੀ ਆ ਅੰਕੜਿਆਂ 'ਚ ਕਹਿੰਦੀ ਆ, ਪ੍ਰਤੀਸ਼ਤ ਦੇ ਵਿੱਚ ਕਹਿੰਦੀ ਆ, ਹੋਰ ਤਰੀਕੇ ਨਾਲ ਕਹਿੰਦੀ ਆ, ਉਹ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ। ਤੁਹਾਨੂੰ ਮੈਨੂੰ ਵੀ ਪਤਾ ਨਹੀਂ ਸੀ। ਹੁਣ ਜਦੋਂ 50,000 ਕਰੋੜ ਵਾਲੇ ਮਸਲੇ ਦਾ ਰੌਲਾ ਪੈਣ ਲੱਗਿਆ ਉਦੋਂ ਜਿਹੜਾ ਆਪਾਂ ਨੂੰ ਇਹ ਗੱਲ ਪਤਾ ਲੱਗਣ ਲੱਗੀ ਆ, ਉਦਣ ਦਾ ਆਪਾਂ ਥੋੜਾ ਜਿਹਾ ਘੋਖ ਪੜਤਾਲ ਕਰਨ ਲੱਗਿਆ ਤਾਂ ਆਪਾਂ ਨੂੰ ਪਤਾ ਲੱਗਿਆ ਕਿ ਭਾਈ ਬਿਜਲੀ ਫ੍ਰੀ ਨਹੀਂ ਗਈ। ਉਧਰੋਂ ਬਿਜਲੀ ਫ੍ਰੀ ਕਰਕੇ ਇੱਧਰ ਬਾਕੀ ਚੀਜ਼ਾਂ ਦੇ ਉੱਪਰ ਇਹਨਾਂ ਨੇ ਟੈਕਸ ਵਧਾਤਾ, ਲੋਕਾਂ ਦਾ ਖੂਨ ਨਿਚੋੜ ਕੇ ਉਹੀ ਜਿਹੜਾ ਪੈਸਾ ਲਿਆਇਆ ਜਾ ਰਿਹਾ ਉਹੀ ਜਿਹੜਾ ਬਿਜਲੀ ਤੇ ਦਿੱਤਾ ਜਾ ਰਿਹਾ। ਚਾਹੀਦਾ ਤਾਂ ਇਹ ਸੀਗਾ ਕਿ ਬਿਜਲੀ ਭਾਈ ਸਸਤੀ ਕਰ ਦਿੰਦੇ। ਮੰਨ ਲਓ ਫਰਜ਼ ਕਰ ਲਓ ਕਿ ਜਿਹਨੂੰ 10 ਰੁਪਏ ਯੂਨਿਟ ਮਿਲਦੀ ਆ, ਜੇ ਉਹਨੂੰ 5 ਰੁਪਏ ਯੂਨਿਟ ਮਿਲ ਜੂ, ਨਾਲੇ ਤਾਂ ਉਸ ਖਪਤਕਾਰ ਦਾ ਫਾਇਦਾ, ਨਾਲੇ PSPCL ਦਾ ਫਾਇਦਾ ਕਿ ਜਿੱਥੇ ਫ੍ਰੀ ਦਿੱਤੀ ਜਾ ਰਹੀ ਹੈ ਸਰਕਾਰ ਦਾ ਫਾਇਦਾ, ਜਿੱਥੇ ਫ੍ਰੀ ਦਿੱਤੀ ਜਾ ਰਹੀ ਹੈ ਬਿਜਲੀ ਉੱਥੇ 5 ਰੁਪਏ ਉਹਨਾਂ ਨੂੰ ਆ ਵੀ ਜਾਣਗੇ। ਯਾਨੀ ਖਪਤਕਾਰ ਦਾ ਵੀ ਫਾਇਦਾ ਤੇ ਸਰਕਾਰ ਦਾ ਵੀ ਫਾਇਦਾ ਚਾਹੀਦਾ ਸੀ। ਹੁਣ ਇਹਦੇ ਤੇ ਆਪਣੀਆਂ ਗਰੰਟੀਆਂ ਨੂੰ ਪਗਾਉਣ ਦੇ ਲਈ, ਆਪਣੀ ਵੋਟ ਬੈਂਕ ਦੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਤੁਸੀਂ ਦੇਖ ਲਓ ਕਿ ਨਜਾਇਜ਼ ਬੋਝ ਲੋਕਾਂ ਦੇ ਉੱਪਰ ਪਾਇਆ ਜਾ ਰਿਹਾ ਔਰ ਲੋਕ ਖੁਸ਼ ਨਾ ਹੋਣ। ਹੁਣ ਆਪਾਂ ਕਲੀਅਰ ਕਰ ਚੁੱਕੇ ਹਾਂ, ਲੋਕ ਖੁਸ਼ ਨਾ ਹੋਣ ਕਿ ਤੁਹਾਨੂੰ ਫ੍ਰੀ ਬਿਜਲੀ ਨਹੀਂ ਦਿੱਤੀ ਜਾ ਰਹੀ, ਤੁਹਾਡੇ ਤੇ ਹੋਰ ਟੈਕਸ ਪਾ ਕੇ ਦੂਜੇ ਪਾਸਿਓਂ ਤੁਹਾਡੀ ਬਾਹ ਮਰੋੜ ਕੇ ਦੂਜੇ ਪਾਸਿਓਂ ਉਧਰੋਂ ਪੈਸਾ ਕੱਢ ਕੇ ਫਿਰ ਇੱਧਰ ਦਿੱਤਾ ਜਾ ਰਿਹਾ ਜਾਂ ਫਿਰ ਕਰਜ਼ਾ ਲਿੱਤਾ ਜਾ ਰਿਹਾ ਹੈ। ਕਰਜ਼ਾ ਵੀ ਆਪਾਂ ਹੀ ਮੋੜਨਾ। ਹੁਣ ਬਹੁਤੇ ਲੋਕ ਸੋਚਦੇ ਲਓ ਜੀ ਇਹ ਤਾਂ ਜੀ ਪਿਛਲੇ ਵੀ ਕਰਜ਼ੇ ਲੈਂਦੇ ਸੀਗੇ ਤੇ ਇਹਨਾਂ ਨੇ ਕਰਜ਼ਾ ਲੈ ਲਿਆ, ਫਿਰ ਕੀ ਗੱਲ ਹੋ ਗਈ? ਉਹ ਕਾਕਾ ਜੀ ਗੱਲ ਇਹ ਨਹੀਂ ਵੀ ਕਰਜ਼ਾ ਇਹਨਾਂ ਨੇ ਲੈ ਲਿਆ, ਪਿਛਲੇ ਕਰਜ਼ਾ ਲੈਂਦੇ ਕਰਕੇ ਤਾਂ ਇਹ ਬਦਲੇ ਆ। ਹੁਣ ਇਹ ਜਿਹੜਾ ਕਰਜ਼ਾ ਲੈ ਰਹੇ ਆ ਪੰਜਾਬ ਦੇ ਲੋਕਾਂ ਨੂੰ ਇਹ ਨਾ ਸੋਚਣ ਕਿ ਕੋਈ ਗੱਲ ਨਹੀਂ ਭਾਈ ਸਰਕਾਰਾਂ ਕਰਜ਼ਾ ਲੈ ਰਹੀਆਂ ਆਪੇ ਮੋੜ ਦੂ। ਆਪੇ ਉਹਨਾਂ ਨੇ ਨਹੀਂ ਮੋੜਨਾ ਆਪਾਂ ਹੀ ਹੈ, ਆਪਾਂ ਹੀ ਮੋੜਨਾ। ਆਪਣੇ ਤੇ ਹੀ ਇਹਨਾਂ ਨੇ ਜਿਹੜੀ ਚੂੜੀ ਟੈਟ ਕਰਨੀ ਆ, ਫਿਰ ਆਪਣੇ ਤੋਂ ਹੀ ਇਹਨਾਂ ਨੇ ਵਸੂਲਣਾ ਤੇ ਫਿਰ ਇਹਨਾਂ ਨੇ ਤਾਂ ਦੇਣਾ।
ਜਦੋਂ ਇਹਨਾਂ ਦੀ ਚੂੜੀ ਟਾਈਟ ਹੋ ਗਈ ਉੱਪਰੋਂ ਵੀ ਕਰਜ਼ਾ ਭਾਈ ਵੱਧ ਗਿਆ, ਤੁਹਾਡਾ ਲਿਮਿਟ ਤੋਂ ਬਾਹਰ ਹੋ ਗਿਆ ਕਰਜ਼ਾ, ਹੁਣ ਤੁਹਾਨੂੰ ਕਰਜ਼ਾ ਨਹੀਂ ਮਿਲਣਾ, ਤੁਸੀਂ ਮੋੜੋ ਵੀ ਤੇ ਆਪਣਾ ਰਾਜ ਵੀ ਚਲਾਓ, ਤੇ ਉਦੋਂ ਇਹਨਾਂ ਨੇ ਆਪਣੀ ਚੂੜੀ ਟਾਈਟ ਕਰਨੀ ਆ, ਆਪਣੇ ਤੇ ਟੈਕਸ ਵਧਾਉਣੇ ਆ, ਫੇਰ ਪੈਣੀਆਂ ਸਾਰਿਆਂ ਦੀਆਂ ਚੀਕਾਂ। ਇਹ ਗੱਲ ਆ ਲਖਵਿੰਦਰ ਜੀ, ਫਰੀ ਫਰੂ ਕੁਝ ਨਹੀਂ। ਮੈਂ ਫੇਰ ਗੱਲ ਕਹਿਣ ਲੱਗਿਆ, ਔਰ ਨਾ ਮੈਂ ਕਹੂੰਗਾ ਕਿ ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਜਿਹੜੀ ਪਾਰਟੀ, ਜਿਹੜੇ ਉਮੀਦਵਾਰ, ਜਿਹੜੇ ਲੀਡਰ ਤੁਹਾਨੂੰ ਆ ਕੇ ਇਹ ਗੱਲ ਕਹਿੰਦੇ ਆ ਕਿ ਫਰੀ ਦੇਵਾਂਗੇ, ਉਹਨਾਂ ਦੇ ਝਾਂਸੇ ਦੇ ਵਿੱਚ ਨਾ ਆਓ। ਜਿਹੜੇ ਲੋਕ, ਜਿਹੜੇ ਲੀਡਰ ਤੁਹਾਨੂੰ ਗੱਲ ਇਹ ਆ ਕੇ ਕਹਿਣਗੇ ਕਿ ਭਾਈ ਆਹ ਸਾਡੀਆਂ ਪਾਲਿਸੀਆਂ ਹੋਣਗੀਆਂ, ਇਸ ਤਰੀਕੇ ਨਾਲ ਅਸੀਂ ਜਿਹੜਾ ਉਹ ਪੈਸਾ ਲਿਆਵਾਂਗੇ ਤੇ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜਿਹੜਾ ਰਾਜ ਚਲਾਵਾਂਗੇ, ਉਹਨੂੰ ਜ਼ਰੂਰ ਤੁਸੀਂ ਤਰਜੀਹ ਦਿਓ। ਪਰ ਜਿਹੜਾ ਵੀ ਬੰਦਾ ਤੁਹਾਨੂੰ ਝੂਠਾ ਲਾਰਾ ਲਾਉਂਦਾ ਆ ਕੇ, ਉਹਦੇ ਮਗਰ ਜਿਹੜਾ ਉਹ ਕਦੇ ਨਹੀਂ ਲੱਗਣਾ ਚਾਹੀਦਾ। ਪਰ ਸਰ ਦੇਖੋ ਸਿੱਧੂ ਸਾਹਿਬ, ਗੱਲ ਤਾਂ ਇਹਨਾਂ ਨੇ ਵੀ ਇਹੀ ਕਹੀ ਸੀ ਵੀ ਅਸੀਂ 40,000 ਕਰੋੜ ਰੁਪਇਆ ਰੇਤੇ ਚੋਂ ਕੱਢ ਲਿਆਵਾਂਗੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਉਦੋਂ ਵੀ ਚੈਲੰਜ ਕਰਦੇ ਵੀ ਕੱਢ ਕੇ ਦਿਖਾਓ, ਠੀਕ ਹੈ ਜੀ। ਤੇ ਉਦੋਂ ਤਾਂ ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਨਹੀਂ ਕਹੀ ਸੀ ਵੀ ਅਸੀਂ ਕਰਜ਼ਾ ਲੈ ਕੇ ਚਲਾਵਾਂਗੇ ਸਰਕਾਰਾਂ। ਫਿਰ ਕਿਵੇਂ ਦੇਖ ਰਹੇ ਹੋ? ਨਹੀਂ ਬਿਲਕੁਲ, ਹੁਣ ਤੁਸੀਂ ਦੇਖੋ, ਹੁਣ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਆ। ਹੁਣ ਤੁਸੀਂ ਆਪਾਂ ਪਹਿਲੇ 2-4 ਮਹੀਨੇ ਸਵਾਲ ਇਸ ਕਰਕੇ ਨਹੀਂ ਕੀਤੇ ਕਿ ਸਰਕਾਰ ਨਵੀਂ ਹੈ, ਕਰ ਲੂ, ਪਰ ਲਖਵਿੰਦਰ ਜੀ ਨਹੀਂ ਕਰ ਰਹੀ। ਪਾਲਿਸੀ ਉਹ ਨਹੀਂ ਕੋਈ ਇਹਨਾਂ ਤੋਂ ਬਣੀ ਚੱਜਦੀ, ਨਾ ਇਹ ਲਾਗੂ ਹੀ ਕਰ ਸਕਿਆ। ਹੁਣ ਤੁਸੀਂ ਦੇਖ ਲਓ ਕਿ ਜੇ ਪਹਿਲੇ ਸਾਲ ਹੀ 35,000 ਕਰੋੜ ਹੈ, ਤਾਂ 2 ਸਾਲਾਂ ਦੇ ਵਿੱਚ, ਕੱਲ ਆਪਾਂ ਰਣਜੀਤ ਸਿੰਘ ਘੁੰਮਣ ਹੋਣਾ ਦੇ ਨਾਲ ਗੱਲ ਕਰਕੇ ਹਟੇ ਹਾਂ, ਉਹ ਕਹਿੰਦੇ 2 ਸਾਲਾਂ ਦੇ ਵਿੱਚ 70,000 ਕਰੋੜ ਜਣੀ ਹੋ ਜਾਣਾ। ਯਾਨੀ ਕਿ ਪਿਛਲੇ 50-60 ਸਾਲਾਂ ਦੇ ਵਿੱਚ ਜਿੰਨਾ ਕਰਜ਼ਾ ਪੰਜਾਬ ਦੇ ਉੱਪਰ ਚੜ੍ਹਿਆ, ਉਨਾ ਕਰਜ਼ਾ ਇਸ ਸਰਕਾਰ ਨੇ ਇਕੱਲੀ ਨਹੀਂ ਚੜ੍ਹਾ ਦੇਣਾ, ਮੈਨੂੰ ਜੋ ਲੱਗ ਰਿਹਾ। ਕਿਉਂਕਿ 2,84,000 ਰੁਪਏ 2,81,000 ਕਰੋੜ ਦਾ ਜਿਹੜਾ ਕਰਜ਼ਾ ਸੀਗਾ, ਉਹ ਜਦੋਂ ਪਿਛਲੀ ਸਰਕਾਰ ਗਈ ਆ ਉਦੋਂ ਸੀਗਾ। ਤਾਂ ਹੁਣ ਜਦੋਂ ਇਹ ਜਾਣੀ ਹੈ, ਜਿਸ ਹਿਸਾਬ ਦੇ ਨਾਲ ਹਰ ਸਾਲ 35 ਕਰੋੜ ਲਿਆ ਜਾ ਰਿਹਾ, ਔਰ ਅੱਗੇ ਦੀ ਅੱਗੇ ਜਦੋਂ ਇਹ ਵਧਣਾ, ਇਹਦਾ ਵਿਆਜ ਵੀ ਵਧਣਾ, ਇਹਦੀ ਅਮਾਊਂਟ ਵੀ ਵਧੀ ਜਾਣੀ ਆ, ਮੈਨੂੰ ਲੱਗਦਾ ਇਹ ਕਰਜ਼ਾ ਦੁੱਗਣਾ ਹੋ ਜਾਣਾ। ਦੁੱਗਣਾ ਨਹੀਂ ਤਾਂ 5 ਲੱਖ ਕਰੋੜ ਤੱਕ ਤਾਂ ਪਹੁੰਚੂਗਾ ਹੀ ਪਹੁੰਚੂਗਾ, ਇਹ ਤਾਂ ਗੱਲ ਹੈਗੀ ਹੈ। ਤਾਂ ਹੁਣ ਸਰਕਾਰ ਨੂੰ ਇਹ ਚਾਹੀਦਾ ਕਿ ਭਾਈ ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਵਾਅਦੇ ਇਹ ਨਹੀਂ ਕਿ ਤੁਸੀਂ 1100, ਪਹਿਲਾਂ ਤਾਂ ਗੱਲ 1100 ਕਰੋੜ ਰੁਪਏ ਦੇਣ ਦੀ ਵੀ ਨਹੀਂ ਲੋੜ, ਪਹਿਲੀ ਤਾਂ ਗੱਲ ਫ੍ਰੀ ਸਫ਼ਰ ਵੀ ਕਰਾਉਣ ਦੀ ਲੋੜ ਨਹੀਂ, ਫ੍ਰੀ ਬਿਜਲੀ ਦੇਣ ਦੀ ਨਹੀਂ ਲੋੜ। ਹਾਂ ਠੀਕ ਹੈ, ਜਿਹੜਾ ਨਹੀਂ ਦੇ ਸਕਦਾ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਗਰੀਬ ਆਦਮੀ ਹੈ, ਉਹ ਠੀਕ ਹੈ, ਜਿਨ੍ਹਾਂ ਨੂੰ ਲੋੜ ਹੈ ਉਹਨੂੰ ਦਿਓ। ਪਰ ਹਰੇਕ ਨੂੰ ਜੇ ਤੁਸੀਂ ਕਹੋਗੇ ਵੀ ਹਰੇਕ ਨੂੰ ਦਿਓ, ਉਹ ਵੀ ਗੱਲ ਮਾੜੀ ਹੈ। ਹੁਣ ਤੁਸੀਂ ਹਰੇਕ ਬੀਬੀ ਨੂੰ ਕਹੀ ਜਾਂਦੇ ਹੋ ਪੈਸੇ ਦੇਵਾਂਗੇ, ਹਰੇਕ ਰਾਸ਼ਨ ਨੂੰ ਨਹੀਂ ਦੇਣ ਦੀ ਲੋੜ। ਆਪਾਂ ਦੇਖੋ ਬਹੁਤ ਸਾਰੇ ਦੇਖਿਆ ਲਖਵਿੰਦਰ ਜੀ ਕਿ ਲੋਕ ਗੱਡੀਆਂ ਦੇ ਵਿੱਚ ਰਾਸ਼ਨ ਲੈਣ ਆ ਰਹੇ ਆ। ਉਹਨਾਂ ਨੂੰ ਵੀ, ਆਪ ਨੂੰ ਵੀ ਸੋਚਣਾ ਚਾਹੀਦਾ, ਔਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਜਿੱਥੇ ਲੋੜ ਹੈ ਉੱਥੇ ਰਾਸ਼ਨ ਵੀ ਦਿਓ, ਉੱਥੇ ਫ੍ਰੀ ਬਿਜਲੀ ਵੀ ਦਿਓ, ਉੱਥੇ ਹੋਰ ਸਹੂਲਤਾਂ ਵੀ ਦਿਓ। ਪਰ ਜਿੱਥੇ ਲੋੜ ਹੈ, ਜਿੱਥੇ ਲੋੜ ਨਹੀਂ, ਆਪਣੀ ਵੋਟ ਬੈਂਕ ਦੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਇਹ ਗੱਲਾਂ ਨਾ ਕੀਤੀਆਂ ਜਾਣ। ਇਸ ਝਾਂਸੇ ਦੇ ਵਿੱਚ ਲੋਕ ਨਾ ਆਉਣ, ਕਿਉਂਕਿ ਅੰਤ ਨੂੰ ਭਗਵੰਤ ਮਾਨ ਵੀ ਬਦਲ ਜਾਣਾ ਮੁੱਖ ਮੰਤਰੀ, ਬਾਕੀ ਮੰਤਰੀ ਵੀ ਬਦਲ ਜਾਣੇ, ਉਦੋਂ ਗਾਂਹ ਵਾਲੇ ਵੀ ਮੰਤਰੀ ਜਿਹੜੇ ਬਦਲ ਜਾਣੇ ਆ। ਤੇ ਜਿਨ੍ਹਾਂ ਨੇ ਪੈਸਾ ਦੇਣਾ, ਤੁਸੀਂ, ਮੈਂ, ਬਾਕੀ ਸਾਰੇ ਲੋਕ, ਆਪਾਂ ਇੱਥੇ ਹੀ ਰਹਿਣਾ। ਸਰਕਾਰਾਂ ਬਦਲਦੀਆਂ ਰਹਿਣੀਆਂ ਨੇ, ਆਪਾਂ ਇੱਥੇ ਹੀ ਰਹਿਣਾ, ਤੇ ਟੈਕਸ ਵੀ ਆਪਾਂ ਮੋੜ ਦੇਣਾ, ਤੇ ਕਰਜ਼ਾ ਵੀ ਆਪਾਂ ਮੋੜਨਾ। ਇਸ ਕਰਕੇ ਆਪਾਂ ਕਿਸੇ ਲਈ ਨਹੀਂ, ਸਰਕਾਰ ਲਈ ਨਹੀਂ, ਆਪਣੇ ਬੱਚਿਆਂ ਦੇ ਭਵਿੱਖ ਲਈ, ਆਪਣੇ ਭਵਿੱਖ ਲਈ ਆਪਾਂ ਬਦਲੀਏ। ਆਪਾਂ ਇਹਨਾਂ ਦੇ ਫ੍ਰੀ ਝਾਂਸਿਆਂ ਦੇ ਵਿੱਚ, ਚਾਹੇ ਕਾਂਗਰਸੀ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦੇ ਝਾਂਸਿਆਂ ਦੇ ਵਿੱਚ ਨਾ ਆਈਏ। ਧੰਨਵਾਦ ਸਿੱਧੂ ਸਾਹਿਬ, ਧੰਨਵਾਦ। ਸੋ ਇਹ ਉਹ ਅੰਕੜੇ, ਇਹ ਉਹ ਤੱਥ, ਸਰਕਾਰੀ ਅੰਕੜੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਟੈਕਸ ਦੀ ਗੱਲ ਸੁਖਵਿੰਦਰ ਸਿੰਘ ਸਿੱਧੂ ਕਰਕੇ ਕਹਿੰਦੇ ਕਿ ਕਿੰਨਾ ਡਾਇਰੈਕਟ ਟੈਕਸ, ਚਲੋ ਉਹ ਟੈਕਸ ਪੇਅਰ ਨੇਗੇ, ਲੇਕਿਨ ਜਿਹੜਾ ਇਨਡਾਇਰੈਕਟ ਟੈਕਸ ਆ ਉਸ ਦੇ ਨਾਲ ਕਿਸ ਤਰ੍ਹਾਂ ਪੰਜਾਬ ਦੀ ਜਨਤਾ ਦਾ ਕਚੂਮਰ ਕੱਢਿਆ ਜਾ ਰਿਹਾ, ਜਿਹੜਾ ਕਿ ਟੈਕਸ ਲੋਕਾਂ ਨੂੰ, ਆਮ ਲੋਕਾਂ ਨੂੰ ਪਤਾ ਵੀ ਨਹੀਂ ਵੀ ਅਸੀਂ ਟੈਕਸ ਪੇ ਕਰ ਰਹੇ ਹਾਂਗੇ। ਸੋ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।